देश की तरक्की विच रुझिया खूबसूरत उद्योगिक शहर लुधियाना, जिथे हन कारखाने, पैसा, व्यापार ते शायद भावनावां थोड़ियां घट। लुधियाने दा ही एक इंसान जिदा नां है हरिओम जिंदल, यानी हरि ते ओम। जद नां विच ही ईश्वर दा वास होवे फिर भावनावां ते कर्म अपने आप चंगे हो जाते ने। हरिओम जिंदल दे जहन ते अखां ने कुछ साल पहले दुख दर्द ते पीड़ा नाल भरिया एक समाज वेख्या। गरीबी ते मुफलिसी झेल रहे लोग, मुश्किलां विच गुजर बसर कर रहे लोग, रहन लई झुग्गी झोंपड़ी ते खाण लई शायद बहुत घट। कोई मजदूरी करता है, कोई रिक्शा चलाता है ते कोई बूट पालिश का काम करता है। उन्हां दे बच्चे भी कूड़े विचों समान लभ के कबाड़ी नूं बेच के पैसे कमाते ने या गोबर दी पाथियां बना के वेचते ने, क्योंकि माँ प्यो दे बच्चे भी कूड़े पाथियां तो थोड़ा बहुत पैसा कमाते सी। इस करके माँ प्यो दा उन्हां नूं स्कूल भेजण दा बिल्कुल कोई इरादा नहीं सी। उन्हां सारियां दा बस इको मकसद सी, पेट लई जीना ते खुले आसमान दे थले या झुग्गी झोंपड़ी विच जमीन ते आसन लगा के सौ जाना। वकील हरिओम जिंदल एक बारी उन्हां दी झुग्गी झोंपड़ी दे नेड़े तो गुजर रहे सी। उन्हां ने देखा बच्चे कूड़े विचों कुछ चुन रहे ने। ये देख के उन्हां दे भावुक मन नूं बहुत ठेस लगी ते उन्हां दे भविख बारे सोच के उन्हां दी अखां भर आईयां। जिंदल जी ने बच्चियां नूं अपने नेड़े बुलाया ते पुछया कि वो स्कूल जांदे ने। फिर बच्चियां ने जो दस्या वो हरिओम जिंदल लई एक बेहद दुख भरी कहानी हो गई। जिंदल जी ने जद बच्चियां नूं पुछया कि वो पढ़ना चाहते ने, बच्चियां ने हाँ की थी, पर उन्हां दे माँ प्यो ने मना कर दिता। हमारे बच्चा पढ़ के क्या करेगा? कूड़ा कबाड़ बिछेगा, तब उसके बाद पैसे लाएंगे तो हम लोग खाएंगे। जिंदल जी उन्हां दी झुग्गी झोंपड़ियां विच जाके लगातार कुछ दिन उन्हां दे माँ प्यो नूं मनांदे रहे ते आखिर उन्हां दे माँ प्यो मन गए।
ਝੁੱਗੀ ਝੌਂਪੜੀ ਵਾਲੇ ਬੱਚਿਆਂ ਦੇ ਹੱਥੋਂ ਕੂੜਾ ਸਟਾ ਕੇ ਉਹਨਾਂ ਦੇ ਹੱਥ ਕਿਤਾਬਾਂ ਥਮਾਈਆਂ ਨੇ। ਇਹ ਜਿਹੜੇ ਬੱਚੇ ਸੀਗੇ ਜੀ, ਮੈਨੂੰ ਇਹ ਸਮਝ ਆਈ ਕਿ ਇਹ ਦੇਸ਼ ਦਾ ਹਿੱਸਾ ਨੇ ਜੀ ਸਾਡੇ ਦੇਸ਼ ਦਾ ਭਵਿੱਖ ਨੇ ਤੇ 18 ਸਾਲਾਂ ਤੋਂ ਬਾਅਦ ਇਹਨਾਂ ਨੇ ਵੋਟਰ ਬਣਨਾ ਤੇ ਜੇ ਇਹ ਲੋਕ ਸ਼ਿਕਸ਼ਿਤ ਨਹੀਂ ਹੋਣਗੇ ਇਹ ਚੰਗੇ ਮਤਦਾਤਾ ਨਹੀਂ ਬਣ ਸਕਦੇ। ਇਸ ਕਰਕੇ ਪੜ੍ਹਾਈ ਦੀ ਜਿਹੜੀ ਮਹੱਤਤਾ ਨੌਕਰੀ ਵਾਸਤੇ ਵੀ ਹੈ ਤੇ ਇੱਕ ਚੰਗਾ ਨਾਗਰਿਕ ਤੇ ਚੰਗਾ ਵੋਟਰ ਬਣਨ ਵਾਸਤੇ ਵੀ ਹੈ ਤੇ ਮੈਨੂੰ ਲੱਗਿਆ ਕਿ ਇਹ ਬੱਚਿਆਂ ਨੂੰ ਪੜ੍ਹਾਉਣਾ ਬਹੁਤ ਜ਼ਰੂਰੀ ਹੈ ਜੇ ਆਪਾਂ ਦੇਸ਼ ਨੂੰ ਚੰਗਾ ਬਣਾਉਣਾ ਹੈ। ਆਖਿਰਕਾਰ ਉਹਨਾਂ ਨੇ ਇੱਕ ਫੈਸਲਾ ਲਿਆ ਕਿ ਜੋ ਵੀ ਮੁਸ਼ਕਿਲ ਸਾਹਮਣੇ ਆਏ ਪਰ ਉਹ ਇਹਨਾਂ ਬੱਚਿਆਂ ਨੂੰ ਦੇਸ਼ ਦਾ ਇੱਕ ਸਨਮਾਨਿਤ ਨਾਗਰਿਕ ਬਣਾਉਣਗੇ ਤੇ ਉਹਨਾਂ ਬੱਚਿਆਂ ਨੂੰ ਪੜ੍ਹਾਉਣਗੇ। ਤੇ ਜਿੰਦਲ ਜੀ ਰੱਬ ਦਾ ਨਾਮ ਲੈ ਕੇ ਤਨ ਮਨ ਤੇ ਧਨ ਨਾਲ ਇਕੱਲੇ ਇਸ ਕੰਮ ਵਿੱਚ ਜੁਟ ਗਏ। ਉਹ ਸਵੇਰੇ 9 ਵਜੇ ਤੋਂ 12 ਵਜੇ ਤੱਕ ਉਹਨਾਂ ਦੀਆਂ ਝੁੱਗੀਆਂ ਵਿੱਚ ਜਾ ਕੇ ਉਹਨਾਂ ਨੂੰ ਪੜ੍ਹਾਉਣ ਲੱਗ ਪਏ ਤੇ ਹੁਣ ਜਿੰਦਲ ਜੀ ਦਾ ਇਹ ਜ਼ਿੰਦਗੀ ਦਾ ਇੱਕ ਹਿੱਸਾ ਬਣ ਗਿਆ ਹੈ। ਉਹ ਬੱਚਿਆਂ ਨੂੰ ਪੜ੍ਹਾਉਂਦੇ ਨੇ, ਕਿਤਾਬਾਂ ਕਾਪੀਆਂ ਤੇ ਵਰਦੀਆਂ ਵੀ ਲੈ ਕੇ ਦਿੰਦੇ ਨੇ ਤੇ ਉਹਨਾਂ ਦੇ ਖਾਣੇ ਦਾ ਵੀ ਪ੍ਰਬੰਧ ਕਰਦੇ ਨੇ। ਮੈਂ ਇੰਟਰਨੈਸ਼ਨਲ ਬਿਜ਼ਨਸ ਦੇ ਵਿੱਚ ਇੱਕ ਬਹੁਤ ਅੱਛਾ ਕਾਰੋਬਾਰੀ ਸੀ। ਮੇਰਾ ਬਹੁਤ ਵੱਡਾ ਬਿਜ਼ਨਸ ਸੀ। ਜਦੋਂ ਮੈਂ ਬਿਜ਼ਨਸ ਕਰਦਾ ਸੀਗਾ ਉਸ ਬਿਜ਼ਨਸ ਦੀ ਕਮਾਈ ਚੋਂ ਇੱਕ ਮੈਂ ਬਹੁਤ ਵੱਡਾ ਹਿੱਸਾ ਸਾਈਡ ਤੇ ਰੱਖਦਾ ਸੀਗਾ ਜਿਹੜਾ ਮੈਂ ਸੋਚਦਾ ਸੀ ਕਿ ਸਮਾਜ ਦੇ ਕਿਸੇ ਮੈਂ ਚੰਗੇ ਕੰਮ ਲਗਾਵਾਂਗਾ। ਉਹ ਪੈਸਾ ਮੇਰੇ ਕੋਲ ਇਕੱਠਾ ਹੋ ਜਾਂਦਾ ਸੀਗਾ ਤੇ ਜਦੋਂ ਮੈਂ ਪ੍ਰੋਜੈਕਟ ਲਗਾਇਆ ਮੈਨੂੰ ਪਤਾ ਸੀਗਾ ਕਿ ਮੇਰੇ ਪ੍ਰੋਜੈਕਟ 'ਚ ਕਿੰਨਾ ਖਰਚਾ ਆਏਗਾ ਤੇ ਕਿੰਨੀ ਦੇਰ ਇਹਨੂੰ ਮੈਂ ਸਸਟੇਨ ਕਰ ਪਾਵਾਂਗਾ। ਇਹਦੇ ਵਿੱਚ ਜਿਹੜਾ ਮੇਜਰ ਫੰਡ ਹੈ ਉਹ ਮੇਰਾ ਤੇ ਕੁਝ ਮੇਰੇ ਕਰੀਬੀ ਦੋਸਤਾਂ ਦਾ ਫੰਡ ਹੈ। ਯਕੀਨਨ ਇਹਨਾਂ ਬੱਚਿਆਂ ਦੇ ਭਵਿੱਖ ਨੂੰ ਲੈ ਕੇ ਤੁਹਾਨੂੰ ਬਹੁਤ ਸਾਰੀਆਂ ਆਸਾਂ ਹੋਣਗੀਆਂ। ਤੁਸੀਂ ਇਹਨਾਂ ਬੱਚਿਆਂ ਦਾ ਭਵਿੱਖ ਕਿੰਨੀ ਦੂਰ ਤੱਕ ਦੇਖਦੇ ਹੋ? ਦੇਖੋ, ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਮੈਂ ਆਪਣਾ ਚੰਗਾ ਜੀਵਨ ਇਸ ਨਜ਼ਰੀਏ ਨਾਲੋਂ ਦੇਖਦਾ ਕਿ ਜੇ ਸਮਾਜ ਚੰਗਾ ਹੋਏਗਾ ਤਾਂ ਮੇਰਾ ਜੀਵਨ ਚੰਗਾ ਹੋਏਗਾ। ਇਸੇ ਤਰ੍ਹਾਂ ਮੈਂ ਹਰ ਨਾਗਰਿਕ ਦੇ ਵਿਊ ਪੁਆਇੰਟ ਨਾਲ ਦੇਖਦਾ ਕਿ ਜਿੰਨੇ ਵੀ ਸਾਡੇ ਦੇਸ਼ ਦੇ ਨਾਗਰਿਕ ਹੈ ਉਹਨਾਂ ਦਾ ਜੀਵਨ ਤਾਂ ਚੰਗਾ ਹੋਏਗਾ ਜੇ ਸਮਾਜ ਚੰਗਾ ਹੋਏਗਾ। ਹੁਣ ਉਹ ਸਮਾਜ ਦਾ ਹਿੱਸਾ ਨੇ ਬੱਚੇ, ਜੇ ਉਹ ਚੰਗੀ ਸਿੱਖਿਆ ਲੈ ਕੇ ਚੰਗਾ ਰਾਹ ਬਣਾਉਣਗੇ, ਚੰਗੇ ਪੈਰਾਂ ਤੇ ਖੜੇ ਹੋਣਗੇ ਤੇ ਉਹ ਸਮਾਜ ਵਿੱਚ ਬਹੁਤ ਵਧੀਆ ਯੋਗਦਾਨ ਦੇਣਗੇ ਤੇ ਸਮਾਜ ਦੀ ਉન્નਤੀ ਤੇ ਤਰੱਕੀ ਬਹੁਤ ਹੋਏਗੀ। ਹੁਣ ਮੇਰਾ ਕੀ ਕੰਮ ਹੈ, ਇਹ ਬੱਚਿਆਂ ਨੂੰ ਇੱਕ ਤੇ ਮੰਜ਼ਿਲ ਦਿਖਾਣੀ ਤੇ ਮੰਜ਼ਿਲ ਦਾ ਰਸਤਾ ਦਿਖਾਣਾ, ਇਹਨਾਂ ਨੂੰ ਇਸ ਲਾਇਕ ਬਣਾਉਣਾ ਕਿ ਉਹ ਚੱਲ ਸਕਣ। ਤੇ ਮੇਰੀ ਇੱਥੇ ਤੱਕ ਜਾ ਕੇ ਜਿਹੜੀ ਮੇਰੀ ਕੋਸ਼ਿਸ਼ ਹੈ ਉਹੀ ਹੈ ਕਿ ਮੈਂ ਬੱਚਿਆਂ ਨੂੰ ਸਹੀ ਰਸਤਾ ਦਿਖਾ ਕੇ ਸਹੀ ਰਸਤੇ ਪਾ ਦਾਂ ਤਾਂ कि उन्होंने पता चले कि मंजिल पे चलना कितना है, वो अपने आप चल सकन। पहले मैं कूड़ा चकता था, मेरे पापा के पास पैसा नहीं था इसीलिए मेरा पापा एडमिशन नहीं करवा पाए। पहले सर मेरा तो खाने की चीज़ दिया तो सर बोला पढ़ने लिखने के लिए तो बल्दी दिया, कापी दिया, पेंसिल दिया, सब कुछ दिया। पहले मैं कूड़ा बीननी थी, फिर सर हमें आए, फिर हमें खिलाए सर वो चीज़, फिर सर ने बोला हमें पढ़ने के लिए, फिर मैंने सर के पास पढ़ने लगे, फिर सर बहुत अच्छे से नॉलेज हमें दिए, फिर हमने 3rd क्लास के पेपर देने शुरू करे। सर मैं बहुत गरीब था, रिक्शा चलाता तो लुधियाना के अंदर में आके, ठीक है। उसके बाद मैं बच्चे को सोचा हमारे पास पैसे नहीं है तो स्कूल भेजते रहा, सरकारी स्कूल में इधर सर के पास भेजा हमने। उसके बाद पढ़ा लिखा बस इतनी करा उसने बच्चों। ये प्रोजेक्ट जो मैं शुरू किया 2013 में मैं 2 बच्चों के नाल शुरू किया सीगा। उस वेले बच्चों को मोटिवेट करना बड़ा औखा सीगा। 5-6 महीने मैं मिठाई, गोलियां, टॉफियां, चॉकलेट वंडिया, उन्होंने अंदर एक दोस्ती का रिश्ता कायम किया। फिर इस प्रोजेक्ट में मैं शुरुआत करवा दी 6-7 महीने बाद, जो उन्होंने विश्वास मेरे अंदर बन गया तो उन्होंने मैं पढ़ाई वाले पासे मोड़िया। ਹੁਣ ਗੱਲ ਸੀਗੀ ਕਿ ਬੱਚਿਆਂ ਨੂੰ ਕਿੰਨੀ ਪੜ੍ਹਾਈ ਦੇਣੀ ਹੈ ਤੇ ਕਿਸ ਤਰੀਕੇ ਨਾਲ ਪੜ੍ਹਾਇਆ ਜਾਣਾ ਹੈ। ਉਹਦੇ ਵਾਸਤੇ 2 ਰਸਤੇ ਸੀਗੇ ਕਿ ਮੈਂ ਇਹਨਾਂ ਨੂੰ ਬੱਚਿਆਂ ਨੂੰ ਹਰ ਰੋਜ਼ ਪੜ੍ਹਾਵਾਂ, ਕਿਉਂਕਿ ਜੇ ਹਰ ਰੋਜ਼ ਨਹੀਂ ਪੜ੍ਹਦੇ ਤੇ ਇਹਨਾਂ ਨੂੰ ਉਹ ਸਿੱਖਿਆ ਨਹੀਂ ਮਿਲੇਗੀ ਜਿਵੇਂ ਆਮ ਨਾਗਰਿਕ ਨੂੰ ਜਾਂ ਆਮ ਬੱਚਿਆਂ ਨੂੰ ਸਕੂਲਾਂ 'ਚ ਮਿਲਦੀ ਹੈ। ਰੈਗੂਲਰ ਪੜ੍ਹਾਉਣ ਵਾਸਤੇ ਜ਼ਰੂਰੀ ਸੀਗਾ ਕਿ ਮੇਰੇ ਨਾਲ ਮੇਰੀ ਟੀਮ ਬਣਦੀ ਤੇ ਮੈਂ ਆਪਣੇ ਇਸ ਪ੍ਰੋਜੈਕਟ ਦੇ ਸ਼ੁਰੂਆਤੀ ਦੌਰ ਤੋਂ ਹੀ ਐਸੇ ਲੋਕ ਆਇਡੈਂਟੀਫਾਈ ਕਰਨੇ ਸ਼ੁਰੂ ਕਰਤੇ ਸੀ ਜਿਹੜੇ ਮੇਰੇ ਨਾਲ ਅਧਿਆਪਕ ਦੇ ਤੌਰ ਤੇ ਜੁੜਨਗੇ। ਉਹਨਾਂ ਨੂੰ ਮੈਂ ਟ੍ਰੇਨ ਕਰਾਂਗਾ, ਟ੍ਰੇਨ ਕਰਨ ਦੇ ਨਾਲ ਨਾਲ ਉਹ ਮੇਰੀ ਹੈਲਪ ਕਰਨਗੇ ਜਿਹਦੇ ਨਾਲ ਮੈਂ ਬੱਚਿਆਂ ਨੂੰ ਪੜ੍ਹਾ ਪਾਵਾਂਗਾ। ਹੁਣ 2 ਚੀਜ਼ਾਂ ਸੀਗੀਆਂ, ਇੱਕ ਇਹ ਸੀਗਾ ਕਿ ਵੀ ਇਹ ਬੱਚਿਆਂ ਨੂੰ ਪੜ੍ਹਾਉਣਾ, ਦੂਜਾ ਸੀਗਾ ਕਿ ਬੱਚਿਆਂ ਨੂੰ ਅਸੀਂ ਕਿਸ ਤਰੀਕੇ ਦੀ ਸਿੱਖਿਆ ਦੇਣੀ।
ਤੇ ਮੈਨੂੰ ਲੱਗਿਆ ਕਿ ਜਿਹੜਾ ਸਾਡਾ ਸਮਾਜ ਹੈ ਜਿਸ ਤਰੀਕੇ ਦੇ ਨਾਲ ਚੱਲਦਾ ਹੈ, ਜਿਸ ਤਰੀਕੇ ਨਾਲ ਸਾਡਾ ਸਮਾਜ ਦਾ ਵਿਅਕਤੀ ਦੇ ਨਾਲ ਸੰਬੰਧ ਹੈ, ਸਰਕਾਰ ਦੇ ਨਾਲ ਸੰਬੰਧ ਹੈ, ਉਹਦੀ ਜਾਣਕਾਰੀ ਵੀ ਹੋਣੀ ਚਾਹੀਦੀ ਹੈ। ਉਸ ਤਰੀਕੇ ਦੇ ਨਾਲ ਫਿਰ ਮੈਂ ਨਵੀਂ ਸਿੱਖਿਆ ਵੀ ਬਣਾਈ, ਜਿਸ ਅਸੀਂ A for Apple, B for Bat, C for Cat ਦੀ ਬਜਾਏ A for Administration, B for Ballot Box, C for Constitution, D for Democracy ਮੈਂ ਇੱਕ ਨਵੀਂ ਕਿਤਾਬ ਲਿਖੀ ਇੰਪਾਵਰਮੈਂਟ ਥਰੂ ਨੌਲੇਜ। ਉਸ ਕਿਤਾਬ ਦੇ ਮਾਧਿਅਮ ਦੇ ਨਾਲ ਅਸੀਂ ਇਹਨਾਂ ਨੂੰ ਪੜ੍ਹਾਉਣਾ ਸ਼ੁਰੂ ਕੀਤਾ ਤੇ 2 ਤਰੀਕੇ ਦੀ ਅਸੀਂ ਸਿੱਖਿਆ ਦੇਣੀ ਸ਼ੁਰੂ ਕੀਤੀ, ਜਿਹਦੇ ਵਿੱਚ ਅਸੀਂ ਇਹਨਾਂ ਨੂੰ ਸਰਕਾਰੀ ਸਿੱਖਿਆ ਦਿੰਦੇ ਹਾਂ। ਉਹਦੇ ਥਰੂ ਬੱਚੇ 5th ਸਟੈਂਡਰਡ ਇੰਗਲਿਸ਼ ਮੀਡੀਅਮ 'ਚ ਪਾਸ ਕਰ ਚੁੱਕੇ ਨੇ ਤੇ ਜਿਹੜੀ ਇੰਪਾਵਰਮੈਂਟ ਥਰੂ ਨੌਲੇਜ ਬੁੱਕ ਹੈ ਉਹਦੇ ਨਾਲ ਉਹ ਜਾਣਕਾਰੀ ਬੱਚਿਆਂ ਨੂੰ ਮਿਲਦੀ ਹੈ ਜਿਹਦੇ ਨਾਲ ਉਹਨਾਂ ਨੂੰ ਆਪਣੇ ਜੀਵਨ ਦਾ ਅਰਥ, ਦੇਸ਼ ਦਾ ਅਰਥ, ਇਹ ਸਾਰੇ ਚੀਜ਼ਾਂ ਇਹਨਾਂ ਨੂੰ ਸਮਝ ਆ ਰਹੀ ਹੈ। ਓਕੇ ਮੁੰਨੀ, ਵਾਟ ਇਜ਼ D for democracy? Democracy means there is for election. In the election, there is for vote. Whosoever gets the maximum vote gets for elected. The one who gets elected makes the government and gets for tax money for providing our rights. Munni, what are your rights? Right to life, right to food, right to education, right to shelter, right to livelihood, right to equality, right to life with human dignity. ओके, सो मुन्नी ने कहा राइट टू एजुकेशन, राइट टू लाइवलीहुड, राइट टू इक्वलिटी। तो पूछते हैं मुन्नी, राइट टू एजुकेशन मिला आपको गवर्नमेंट से? No. गवर्नमेंट से राइट टू एजुकेशन क्यों नहीं मिला? क्योंकि हमारे पास नॉलेज नहीं थी। क्योंकि हमारे पास नॉलेज नहीं थी। देखो ये साइकिल है, पढ़ाई नहीं है तो हमारे पास राइट का पता नहीं है, राइट नहीं है तो राइट मिल ही नहीं रहा। तो अगर पढ़ाई मिलेगी नहीं तो राइट समझ कैसे आएंगे? तो इसलिए जो ये शिक्षा बनाई गई है आपको राइट भी मिले और राइट समझ भी आ सकें। ओके, अब आपको एजुकेशन लेके कैसा लग रहा है? अच्छा लग रहा है। अच्छा, तो अगर आपके राइट्स नहीं मिलेंगे फिर क्या करेंगे? Then we will file a case in the court. यू विल फाइल अ केस इन द कोर्ट। अच्छा, राइट्स देने किसने होते हैं? गवर्नमेंट ने। तो आप केस किसके खिलाफ फाइल करोगे? गवर्नमेंट के खिलाफ। सो मुन्नी ने बताया कि डेमोक्रेसी में जो सरकार बनाते हैं हम खुद बनाते हैं, और जो सरकार बनाते हैं उन्होंने हमारे राइट्स देने हैं। अगर हमें राइट्स मिल जाएंगे तो हमारी समाज के अंदर जितनी भी समस्याएं हैं वो कम हो जाएंगी और गरीब बच्चों को उनके अधिकार मिल जाएंगे, सारे बच्चे स्कूलों में जाएंगे, पढ़ाई लिखाई करेंगे, अच्छा अपना जीवन बनाएंगे। अच्छा मुन्नी, ये बताओ, हमने राइट सीख लिया, हमारी ड्यूटीज़ क्या है? हमारी ड्यूटीज़ भी हैं कुछ? Yes. क्या है ड्यूटीज़? To respect national flag, to keep cleanliness, to keep healthy environment. मुन्नी, what is C for Constitution? Constitution is a document which informs about our rights and duties and how our country has to be administered. ओके, अब आपको पता चला कि जो देश है हमारा वो संविधान के हिसाब से ही चलना है, किसी के पास अपनी मनमर्जी करने का हक नहीं है। अच्छा, टैक्स क्या होता है? टैक्स बताओ इनको। Tax is that money which is paid to the government by the public. बाय द पब्लिक। टैक्स के थ्रू कैसे हम टैक्स पे करते हैं गवर्नमेंट को? जैसे हम कोई सामान लेते हैं वो 3 रुपए की होती है तो हमें 5 की मिलती है तो 2 रुपये उसमें टैक्स जाता है। 2 रुपये उसमें हमें टैक्स देने पड़ते हैं। सीता, अब हमने काफ़ी सारी पढ़ाई कर ली है, आपको कॉन्स्टिट्यूशन के बारे में पता है? ठीक है। कॉन्स्टिट्यूशन की सबसे इम्पोर्टेंट चीज़ क्या है? प्रियम्बल। आपको पता प्रियम्बल क्या है? बताओ प्रियम्बल क्या है? We the people of India having solemnly resolved to constitute India into a sovereign, socialist, secular, democratic republic and to secure to all its citizens justice, social, economic and political liberty of thought, expression, belief, faith and worship, equality of opportunity and to promote among them all fraternities, assuring the dignity of the individual and the unity and integrity of the nation. अब आपको ये बताते हैं कि झुग्गियों के अंदर बड़ा ही कॉमन है कि चाइल्ड मैरिज बहुत कॉमन है। 13-14 साल की बच्चों की शादी हो जाती है। सीता भी जब 13-14 साल की लड़की हुई तो इसके माँ बाप की तरफ से, इसके रिश्तेदारों की तरफ से बहुत इसके ऊपर प्रेशर आया कि सीता अब तू शादी लायक हो गया, तेरी शादी करनी है। लेकिन सीता की पढ़ाई लिखाई से इसके मन पे क्या प्रभाव पड़ा, जिससे इसने अपनी दादी को भी बताया कि मैं पहले पढ़ लिख के अपने पैरों पे खड़ी होंगी, मैं लॉयर बनूंगी, फिर मैं जाके शादी करूंगी। तो सीता, ये सब आपने कैसे किया? नॉलेज की वजह से। जैसे कि गांव से फ़ोन आया कि इसको भेज दो, शादी करनी है, तो मैंने बोला जब तक मैं अपने बल पे कुछ बन ना जाऊं तब तक मैरिज नहीं करनी। तो आपकी सोशल सर्विस क्या होती है ये बताओ? सोशल सर्विस मीन्स टू थिंक अबाउट अदर इन सोसाइटी, टू हेल्प अदर्स इन रियर। अब हमारे साथ अनीता है। अनीता को 2017 में मैं मिला था। इसकी 13-14 साल की उम्र में शादी हो गई थी। जब मैं 2017 में मिला था इसके 2 बच्चे थे और ये पढ़ती नहीं थी। इसके जहाँ पे इसका झुग्गी थी उस झुग्गी के पास हमने सोचा कि एक पढ़ाई का प्रोजेक्ट शुरू करते हैं। अनीता के अलावा और भी बड़े सारे बच्चे थे। तो अनीता ने कहा मेरी तो शादी हो चुकी है, मैं कैसे पढ़ूंगी। तो अनीता को हमने प्रेरित किया कि पढ़ाई की कोई उम्र नहीं होती और अनीता को समझाया। उस समझाने से अनीता के ऊपर प्रभाव पड़ा और इसने हमारे साथ शिक्षा शुरू कर दी।
पहले तो हमें किसी की समझ नहीं आती थी और पढ़ाई करने से ये फ़ायदा हुआ है कि हम अच्छे तरीके से किसी की भी बातें समझते हैं। और वो कोई अंग्रेज़ी बोल जाता है, कोई दूसरी आवाज़ से बात करता है, तो हम उसको अच्छी तरीके से समझते हैं और अच्छे से बात करके उनको जवाब भी दे सकते। तो अनीता, आप दूसरों को क्या संदेशा देना चाहोगी? जैसे आप भी नहीं पढ़े थे, आपने शादी के बाद पढ़ाई की, तो आप दूसरे महिलाओं को क्या मैसेज देना चाहोगे? दूसरे महिलाओं को मैं इतना कहना चाहूँगी कि उनको भी पढ़ना चाहिए। जो भी समय निकले उसमें थोड़ा सा समय लगाना चाहिए और थोड़ी सी समय लगाकर अपने लिए कुछ सीखना चाहिए। ना कुछ तो साइन तो कर सके, कहीं भी जाओगे, बैंक में जाओगे या कोई डॉक्यूमेंट फार्म आपको साइन कहेंगे तो कम से कम आप अंगूठा छाप तो नहीं रहोगे। ਬੱਚਿਆਂ ਦੀ ਐਨਰੋਲਮੈਂਟ ਨੈਸ਼ਨਲ ਓਪਨ ਸਕੂਲ ਨਾਲ ਕਰ ਦਿੱਤੀ ਗਈ ਹੈ। ਇੱਕ ਬਹੁਤ ਵੱਡੀ ਗੱਲ ਇਹ ਹੈ ਕਿ ਜਿੰਦਲ ਜੀ ਨੇ ਇੱਕ ਕਿਤਾਬ ਲਿਖੀ ਹੈ ਜਿਹਦਾ ਨਾਮ ਹੈ ਐਮਪਾਵਰਮੈਂਟ ਥਰੂ ਨੌਲੇਜ, ਜਿਸ ਵਿੱਚ ਬੱਚਿਆਂ ਨੂੰ A ਫॉर ਐਪਲ, B ਫॉर ਬॉय ਨਹੀਂ ਸਿਖਾਇਆ ਜਾਂਦਾ। ਉਹਨਾਂ ਨੂੰ ਸਿਖਾਇਆ ਜਾਂਦਾ ਹੈ A ਫॉर ਐਡਮਿਨਿਸਟ੍ਰੇਸ਼ਨ, B ਫॉर ਬੈਲਟ ਬਾਕਸ, C ਫॉर ਕਨਸਟੀਟਿਊਸ਼ਨ ਤੇ ਇਦਾਂ ਹੀ। ਇਸ ਕਿਤਾਬ ਦੇ 26 ਚੈਪਟਰ ਹਨ ਜਿਹੜੇ ਬੱਚੇ ਬੜੇ ਚਾਹ ਨਾਲ ਪੜ੍ਹਦੇ ਨੇ। A for admin, B for ballot box, C for constitution, D for democracy, A for election, F for freedom, G for government, H for happy, I for independent, G for judge, K for knowledge, L for law, M for money, N for notice, O for opinion, P for power, K for question, R for right, S for society, for tax, U for unique, V for vote, W for work, X for exercise, Y for Z for jail। ਤੁਹਾਨੂੰ ਆਪਣੀ ਜ਼ਿੰਦਗੀ 'ਚ ਸੰਤੁਸ਼ਟੀ ਹੈ ਇਹਨਾਂ ਬੱਚਿਆਂ ਦੇ ਭਵਿੱਖ ਨੂੰ ਲੈ ਕੇ? ਮੈਂ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਹੀ ਵੱਡਾ ਸੰਘਰਸ਼ ਕੀਤਾ ਹੈ। ਮੇਰੇ ਫਾਦਰ ਬਹੁਤ ਅੱਛੇ ਬਿਜ਼ਨਸਮੈਨ ਸੀਗੇ ਤੇ ਸਾਡਾ ਬਿਜ਼ਨਸ ਫੇਲ ਹੋਇਆ, ਤੇ ਉਹ ਬਿਜ਼ਨਸ ਜਦੋਂ ਫੇਲ ਹੋਇਆ ਤੇ ਉਦੋਂ ਮੈਂ ਦੇਖਿਆ ਕਿ ਦੋਸਤ ਮਿੱਤਰ ਰਿਸ਼ਤੇਦਾਰ ਕੀ ਹੁੰਦੇ ਨੇ, ਗਰੀਬੀ ਕੀ ਚੀਜ਼ ਹੁੰਦੀ ਹੈ। ਉਸ ਚੀਜ਼ ਨੂੰ ਮੈਂ ਸਮਝਦੇ ਹੋਏ ਪੈਸਿਆਂ ਦੀ ਤੰਗੀ ਬੜੀ ਦੇਖੀ ਤੇ ਪੈਸੇ ਅਰਨ ਕਰਨਾ ਬਹੁਤ ਇੱਕ ਇੰਪੋਰਟੈਂਟ ਚੀਜ਼ ਲੱਗਦੀ ਸੀਗੀ। ਫਿਰ ਜਦੋਂ ਆਪਾਂ ਪੈਸੇ ਕਮਾ ਲੈਂਦੇ ਹਾਂ ਫਿਰ ਸਾਨੂੰ ਲੱਗਦਾ ਪੈਸੇ ਕਮਾ ਕੇ ਕਰਨਾ ਕੀ ਹੈ। ਫਿਰ ਸਾਨੂੰ ਲੱਗਦਾ ਕਿ ਜਿਹੜੀ ਔਕੜਾਂ ਤੋਂ ਆਪਾਂ ਨਿਕਲ ਕੇ ਗਏ ਹਾਂ, ਇਹ ਔਕੜਾਂ ਜਦੋਂ ਆਪਾਂ ਦੂਜਿਆਂ ਦੀ ਦੇਖਦੇ ਹਾਂ ਤਾਂ ਸਾਡਾ ਦਿਲ ਕਰਦਾ ਵੀ ਸਮਾਜ ਨੂੰ ਐਸਾ ਬਣਾਈਏ ਔਕੜਾਂ ਦੂਰ ਕਰੀਏ। ਹੁਣ ਕੋਈ ਵੀ ਕੰਮ ਕਰਨਾ ਉਹਦੇ ਵਿੱਚ ਇੱਕ ਸੰਤੁਲਨ ਬਣਾਉਣਾ ਬੜਾ ਹੀ ਜ਼ਰੂਰੀ ਹੈ। ਆਰਥਿਕ ਸਾਧਨ ਚਾਹੀਦੇ ਨੇ ਤੇ ਜਿਹੜੀ ਤੁਹਾਡੀ ਮਨ ਦੀ ਭਾਵਨਾ ਹੈ ਉਹਨੂੰ ਪੂਰਾ ਕਰਨਾ ਵੀ ਬਹੁਤ ਹੀ ਜ਼ਰੂਰੀ ਹੈ। ਤੇ ਮੈਂ ਰੱਬ ਦਾ ਬਹੁਤ ਹੀ ਸ਼ੁਕਰਗੁਜ਼ਾਰ ਹਾਂ, ਸਮਾਜ ਦਾ ਬੜਾ ਸ਼ੁਕਰਗੁਜ਼ਾਰ ਹਾਂ ਕਿ ਮੈਨੂੰ ਰੱਬ ਨੇ ਇੱਕ ਐਸਾ ਮੌਕਾ ਦਿੱਤਾ ਕਿ ਜਿਹਦੇ ਨਾਲ ਮੈਂ ਆਪਣੀ ਮਨ ਦੀ ਭਾਵਨਾ ਜਿਹੜੀ ਮੈਂ ਕਰਨਾ ਚਾਹੁੰਦਾ ਸੀਗਾ ਉਹਨੂੰ ਮੈਂ ਬਹੁਤ ਵੱਡੇ ਹੱਦ ਤੱਕ ਪੂਰੀ ਕਰ ਚੁੱਕਾ ਹਾਂ। ਤੇ ਮੈਨੂੰ ਉਸ ਚੀਜ਼ ਦੀ ਬਹੁਤ ਹੀ ਜ਼ਿਆਦਾ ਸੰਤੁਸ਼ਟੀ ਹੈ। ਜਿਵੇਂ ਮੈਂ ਹੁਣ ਬੱਚਿਆਂ ਨੂੰ ਦੇਖਦਾ ਹਾਂ ਅੱਗੇ ਵੱਧਦੇ ਹੋਏ, ਉਹਨਾਂ ਦਾ ਵਿਸ਼ਵਾਸ, ਉਹਨਾਂ ਦੀ ਕੌਨਫੀਡੈਂਸ, ਜਿਸ ਤਰੀਕੇ ਨਾਲ ਗੱਲਬਾਤ ਕਰਦੇ ਨੇ ਤੇ ਮੈਨੂੰ ਬਹੁਤ ਹੀ ਮਜ਼ਾ ਆਉਂਦਾ ਤੇ ਮੈਨੂੰ ਲੱਗਦਾ ਕਿ ਮੈਂ ਆਪਣਾ ਜੀਵਨ ਦਾ ਜਿਹੜਾ ਮੀਨਿੰਗ ਹੈ ਉਹ ਪਾ ਲਿਆ। ਤੁਹਾਡੇ ਪਰਿਵਾਰ ਦਾ ਤੁਹਾਨੂੰ ਕਿੰਨਾ ਕੁ ਸਪੋਰਟ ਰਿਹਾ ਹੈ? ਮੇਰੇ ਪਰਿਵਾਰ ਦਾ ਇਸ ਪ੍ਰੋਜੈਕਟ ਵਿੱਚ ਬਹੁਤ ਜ਼ਿਆਦਾ ਸਹਿਯੋਗ ਰਿਹਾ। ਤੁਸੀਂ ਹੈਰਾਨ ਹੋ ਜਾਓਗੇ ਕਿ ਮੇਰੇ ਵੱਡਾ ਬੇਟਾ ਸ਼ਾਸ਼ਵਤ ਜਿੰਦਲ ਜਦੋਂ ਲਾਅ ਕਾਲਜ ਪੜ੍ਹ ਰਿਹਾ ਸੀਗਾ, ਉਹ ਜਦੋਂ ਵੀ ਛੁੱਟੀਆਂ 'ਚ ਆਉਂਦਾ ਸੀਗਾ ਤੇ ਮੇਰੇ ਨਾਲ ਪ੍ਰੋਜੈਕਟ 'ਚ ਜਾਂਦਾ ਸੀਗਾ ਤੇ ਬੱਚਿਆਂ ਨੂੰ ਪੜ੍ਹਾ ਕੇ ਆਉਂਦਾ ਸੀਗਾ। ਇਸੇ ਤਰ੍ਹਾਂ ਮੇਰਾ ਛੋਟਾ ਬੱਚਾ ਅਕਸ਼ਤ, ਉਹ ਵੀ ਇਸੇ ਪ੍ਰੋਜੈਕਟ ਦੇ ਵਿੱਚ ਜਾ ਕੇ ਬੱਚਿਆਂ ਨੂੰ ਪੜ੍ਹਾ ਕੇ ਆਉਂਦਾ ਸੀਗਾ। ਤੇ ਉਸ ਤੋਂ ਇਲਾਵਾ ਉਹ ਆਪਣੇ ਸਕੂਲ ਦੇ ਬਾਕੀ ਬੱਚਿਆਂ ਨੂੰ ਵੀ ਪ੍ਰੇਰਿਤ ਕਰਦਾ ਸੀ ਵੀ ਤੁਸੀਂ ਵੀ ਆਪਣੇ ਏਰੀਆ ਦੇ ਬੱਚਿਆਂ ਨੂੰ ਪੜ੍ਹਾਓ ਕਿਉਂਕਿ ਇਹਨਾਂ ਨੂੰ ਵੀ ਅੱਗੇ ਲੈ ਕੇ ਜਾਣਾ ਬੜਾ ਜ਼ਰੂਰੀ ਹੈ। ਮੇਰੀ ਪਤਨੀ, ਉਹ ਵੀ ਜਾ ਕੇ ਸਲਮ 'ਚ, ਅਸੀਂ ਜਿੰਨੇ ਵੀ ਤਿਉਹਾਰ ਹੈ ਸਲਮ 'ਚ ਮਨਾਉਂਦੇ ਹਾਂ, ਝੁੱਗੀਆਂ 'ਚ ਮਨਾਉਂਦੇ ਹਾਂ, ਝੁੱਗੀ ਵਾਲਿਆਂ ਦੇ ਨਾਲ ਮਨਾਉਂਦੇ ਹਾਂ, ਚਾਹੇ ਦੀਵਾਲੀ ਹੈ, ਚਾਹੇ ਹੋਲੀ ਹੈ, ਚਾਹੇ ਰਕਸ਼ਾ ਬੰਧਨ ਹੈ, ਚਾਹੇ ਲੋਹੜੀ ਹੈ, ਅਸੀਂ ਉੱਥੇ ਹੀ ਮਨਾਉਂਦੇ ਹਾਂ। ਤੇ ਚਾਹੇ ਅਸੀਂ ਕੰਜਕਾਂ ਵੀ ਨੂੰ ਵੀ ਉਹਨਾਂ ਦੀ ਸੇਵਾ ਕਰਨੀ ਹੈ ਤਾਂ ਅਸੀਂ ਉੱਥੇ ਹੀ ਕਰਦੇ ਜਾ ਕੇ। ਤੇ ਮੇਰੀ ਪਤਨੀ ਦਾ, ਮੇਰੇ ਬੱਚਿਆਂ ਦਾ, ਸਾਰਿਆਂ ਦਾ ਪੂਰੀ ਦੀ ਪੂਰੀ ਇਨਵੋਲਵਮੈਂਟ ਇਸ ਪ੍ਰੋਜੈਕਟ ਵਿੱਚ ਹੈ। ਇਸ ਤੋਂ ਇਲਾਵਾ ਮੇਰੇ ਹੋਰ ਵੀ ਜਿਹੜੇ ਰਿਸ਼ਤੇਦਾਰ ਨੇ वो भी इस तो बड़े ही प्रोत्साहित ने। मेरे हस्बैंड हरिओम जिंदल एक बहुत ही नोबेल प्रोफेशन में लगे हुए हैं। वो उन गरीब बच्चों को पढ़ाते हैं जो कभी भी स्कूल नहीं जाते, उन्होंने कभी स्कूल देखा ही नहीं, और वहाँ पर जाके उन्होंने उन बच्चों को स्लम्स के बीच में ही पढ़ाना शुरू किया। उनको वो स्कूल यूनिफॉर्म, स्टेशनरी, पेंसिल वगैरह सारा कुछ देते हैं, किताबें भी। हमारा सारा परिवार उनके इस प्रोजेक्ट में उनका साथ देता है। मेरे दोनों बच्चे और मैं, हम उनके साथ हर पल में उनके साथ हैं, हर कदम उनके साथ।
जब इन्होंने 2013 में ये शुरू किया था तब हम हर फंक्शन में उनके साथ जाते थे, पूरा पार्टिसिपेट करते थे और अभी भी हमारा पूरा उनके साथ सहयोग है और हम चाहते हैं कि इसको ये और भी आगे, मतलब काफ़ी आगे बढ़ा चुके हैं पर और भी आगे बढ़ाएं और इसमें हमारा उनके साथ पूरा सहयोग है। ਤੁਹਾਨੂੰ ਰਾਜ ਪੱਧਰ ਤੇ ਕਈ ਸਨਮਾਨ ਮਿਲੇ ਨੇ, ਸਰਕਾਰ ਨੇ ਤੁਹਾਨੂੰ ਕਈ ਸਨਮਾਨਾਂ ਦੇ ਨਾਲ ਸਨਮਾਨਿਤ ਕੀਤਾ ਹੈ, ਉਹਨਾਂ ਬਾਰੇ ਕੁਝ ਦੱਸੋ। ਦੇਖੋ, ਸਭ ਤੋਂ ਵੱਡਾ ਸਨਮਾਨ ਹੁੰਦਾ ਹੈ ਕਿ ਜਿਹੜਾ ਕੰਮ ਤੁਸੀਂ ਕਰਨਾ ਚਾਹੁੰਦੇ ਹੋ ਉਹ ਤੁਹਾਨੂੰ ਸੰਤੁਸ਼ਟੀ ਦੇ ਰਿਹਾ। ਜੇ ਸੰਤੁਸ਼ਟੀ ਦੇ ਰਿਹਾ, ਇਸ ਤੋਂ ਵੱਡਾ ਕੋਈ ਸਨਮਾਨ ਨਹੀਂ ਹੈ। ਲੇਕਿਨ ਜਦੋਂ ਸਮਾਜ ਦੇ ਲੋਕ ਵੀ ਤੁਹਾਨੂੰ ਸਨਮਾਨਿਤ ਕਰਦੇ ਨੇ, ਉੱਥੋਂ ਇਹ ਲੱਗਦਾ ਵੀ ਜਿਹੜੇ ਤੁਹਾਡਾ ਕੰਮ ਹੈ ਉਹਦੀ ਐਪਰੀਸੀਏਸ਼ਨ ਸਮਾਜ ਨੂੰ ਹੋ ਰਹੀ ਆ, ਉਹਨਾਂ ਨੂੰ ਲੱਗਦਾ ਵੀ ਇਹ ਕੰਮ ਜਿਹੜਾ ਹੈ ਸਮਾਜ ਦੇ ਵਿੱਚ ਇੱਕ ਚੰਗਾ ਸਮਾਜ ਨੂੰ ਬਣਾਉਣ ਦੇ ਵਿੱਚ ਯੋਗਦਾਨ ਦੇ ਰਿਹਾ। ਤੇ ਮੈਨੂੰ ਫਿਰ ਮੇਰੀ ਬਹੁਤ ਅੱਛੀ ਕਿਸਮਤ ਰਹੀ ਹੈ ਕਿ ਮੈਨੂੰ ਕਈ ਜਗ੍ਹਾ 'ਤੇ ਸਨਮਾਨਿਤ ਕੀਤਾ ਗਿਆ। ਪੰਜਾਬ ਸਰਕਾਰ ਨੇ 2016 ਦੇ ਵਿੱਚ ਮੈਨੂੰ ਸਟੇਟ ਅਵਾਰਡ ਦਿੱਤਾ, ZTV ਨੇ ਪ੍ਰਾਈਡ ਆਫ ਪੰਜਾਬ ਹਰਿਆਣਾ ਹਿਮਾਚਲ ਅਵਾਰਡ ਦਿੱਤਾ ਮੈਨੂੰ 2017 ਦੇ ਵਿੱਚ। 2017 ਵਿੱਚ ਹੀ ਅਮਰੀਕਾ ਦੀ ਯੇਲ ਯੂਨੀਵਰਸਿਟੀ ਨੇ ਮੈਨੂੰ ਇਨਵਾਈਟ ਕੀਤਾ ਗਲੋਬਲ ਕਾਨਫਰੰਸ ਦੇ ਵਿੱਚ। ਤੇ ਉਸ ਤੋਂ ਬਾਅਦ ਕਈ ਲੜੀ ਹੈ ਸਨਮਾਨਿਤ ਕਰਨ ਦੀ। 2021 ਦੇ ਵਿੱਚ ਮੈਨੂੰ ਨੈਸ਼ਨਲ ਅਵਾਰਡ ਮਿਲਿਆ। ਤੇ ਇਸ ਤਰੀਕੇ ਦੇ ਨਾਲ ਕਈ ਸੰਸਥਾਵਾਂ ਨੇ, ਚਾਹੇ ਰੋਟਰੀ ਕਲੱਬ ਹੈ, ਚਾਹੇ ਭਾਰਤੀ ਵਿਕਾਸ ਪਰਿਸ਼ਦ ਹੈ, ਕਈ ਲੋਕਾਂ ਨੇ ਤੇ ਕਈ ਸੰਸਥਾਵਾਂ ਨੇ ਮੈਨੂੰ ਸਨਮਾਨਿਤ ਕੀਤਾ ਤੇ ਮੇਰਾ ਹੌਸਲਾ ਜਿਹੜਾ ਅੱਗੇ ਵੀ ਵਧਾਇਆ। ਜਿਵੇਂ ਕਹਿੰਦੇ ਨੇ ਵੀ ਗਿਆਨ ਵੰਡਣ ਦੇ ਨਾਲ ਗਿਆਨ ਹੋਰ ਦੂਣਾ ਹੁੰਦਾ ਹੈ, ਉਹ ਵੱਧਦਾ ਹੈ। ਆਪਣਾ ਨੌਜਵਾਨ ਇੰਨਾ ਪੜ੍ਹਿਆ ਲਿਖਿਆ ਹੈ, ਤੁਸੀਂ ਉਹਨਾਂ ਨੂੰ ਕੀ ਸੇਧ ਦੇਣਾ ਚਾਹੋਗੇ ਸਾਡੇ ਇਸ ਪ੍ਰੋਗਰਾਮ ਰਾਹੀਂ? ਸਾਡੀ ਜਿਹੜੀ ਬੇਰੁਜ਼ਗਾਰੀ ਹੈ ਤੇ ਜਿਹੜੀਆਂ ਜ਼ਰੂਰਤਾਂ ਹੈ ਉਹ ਆਰਥਿਕ ਸਾਧਨਾਂ ਨੇ ਪੂਰੀਆਂ ਕਰਨੀਆਂ। ਇਹ ਬਹੁਤ ਮੰਦਭਾਗੀ ਗੱਲ ਹੈ ਕਿ 75 ਸਾਲਾਂ ਦੀ ਆਜ਼ਾਦੀ ਤੋਂ ਬਾਅਦ ਵੀ ਸਾਡਾ ਬਹੁਤ ਵੱਡਾ ਹਿੱਸਾ ਜਿਹੜਾ ਯੂਥ ਦਾ ਹੈ ਉਹ ਅਨਇੰਪਲੋਇਡ ਹੈ। ਉਹਨਾਂ ਕੋਲ ਸਹੀ ਸਿੱਖਿਆ ਨਹੀਂ ਹੈ, ਜਿਨ੍ਹਾਂ ਕੋਲ ਸਿੱਖਿਆ ਹੈ ਉਹਨਾਂ ਕੋਲ ਸਹੀ ਨੌਕਰੀਆਂ ਨਹੀਂ ਹੈ। ਉਹ ਕੁਦਰਤੀ ਤੌਰ ਹੈ ਕਿ ਵੀ ਉਹਨੂੰ ਆਪਣੇ ਬਾਰੇ ਹੀ ਸੋਚਣਾ ਪਏਗਾ। ਜਦੋਂ ਆਪ ਹੀ ਸੈਟਲ ਨਹੀਂ, ਦੂਜਿਆਂ ਵਾਸਤੇ ਕੀ ਕਰੇਗਾ? ਪਹਿਲੀ ਗੱਲ ਇਹ ਹੈ। ਦੂਜੀ ਗੱਲ ਇਹ ਹੈ ਕਿ ਜਿਵੇਂ ਮੈਂ ਤੁਹਾਨੂੰ ਕਿਹਾ ਕਿ ਜੇ ਆਪਾਂ ਚੰਗਾ ਸਮਾਜ ਨਹੀਂ ਬਣਾਵਾਂਗੇ ਤਾਂ ਕਿਸੇ ਵਾਸਤੇ ਵੀ ਅਵਸਰ ਪੈਦਾ ਨਹੀਂ ਹੋਣਗੇ। ਜੇ ਸਾਨੂੰ ਮੌਕੇ ਪੈਦਾ ਕਰਨੇ ਹੈ ਹਰ ਵਾਸਤੇ, ਆਰਥਿਕ ਸਾਧਨਾਂ ਦੀ ਕਮਾਈ ਵਾਸਤੇ ਔਰ ਤਰੱਕੀ ਵਾਸਤੇ, ਸਾਨੂੰ ਸਮਾਜ ਨੂੰ ਓਵਰਆਲ ਚੰਗਾ ਬਣਾਉਣਾ ਪਏਗਾ। ਹਰ ਕੋਈ ਬੰਦੇ ਨੂੰ ਤਦੀ ਅੱਗੇ ਆਉਣ ਦਾ ਪ੍ਰੋਤਸਾਹਨ ਮਿਲੇਗਾ ਜਦੋਂ ਉਹਦੀ ਆਪਣੀ ਜ਼ਰੂਰਤਾਂ ਪੂਰੀਆਂ ਹੋਣਗੀਆਂ। ਹੁਣ ਇਹ ਗਰੀਬਾਂ ਦੇ ਬੱਚੇ ਵੀ ਸਮਾਜ ਵਿੱਚ ਸਿਰ ਉੱਚਾ ਕਰਕੇ ਤੁਰ ਸਕਦੇ ਨੇ ਤੇ ਸਾਰੇ ਦੇਸ਼ ਦੇ ਨਾਗਰਿਕਾਂ ਨਾਲ ਕੰਧਾ ਮਿਲਾ ਕੇ ਚੱਲ ਸਕਦੇ ਨੇ। उड़ने दो इन्हें, इनके पंखों में भी जान है, देखो इनके चेहरे, इनके चेहरों पे भी तो मुस्कान है। उड़ने दो इन्हें, इनके पंखों में भी तो जान है, देखो इनके चेहरों पे भी मुस्कान है। चाहते हैं ये भी समाज में एक रुतबा पाना, चाहते हैं ये भी समाज में एक रुतबा पाना, एक ऑफिसर बन के समाज सेवा का कर्तव्य निभाना। सो ਇਹਨਾਂ ਸ਼ਬਦਾਂ ਨਾਲ ਹੀ ਮੈਂ ਇਹਨਾਂ ਬੱਚਿਆਂ ਨੂੰ ਬਸ ਇੱਕੋ ਹੀ ਮੈਸੇਜ ਦੇਣਾ ਚਾਹੁੰਦੀ ਹਾਂ ਕਿ ਐਨੀ ਲਗਨ ਨਾਲ ਪੜ੍ਹਨ, ਜਿੰਨਾ ਸਰ ਇਹਨਾਂ ਤੇ ਕੰਮ ਕਰ ਰਹੇ ਨੇ ਉਹਦੇ ਨਾਲ ਇਹ ਐਨੀ ਲਗਨ ਨਾਲ ਪੜ੍ਹਨ ਕਿ ਸਮਾਜ ਨੂੰ ਇੱਕ ਐਸੇ ਆਉਣ ਵਾਲੇ ਅਫਸਰ ਨਸੀਬ ਹੋਣ ਕਿ ਉਹ ਇਸ ਮਾਹੌਲ ਨੂੰ, ਇਸ ਸਮਾਜ ਨੂੰ, ਇਸ ਜੋ ਝੁੰਗੀ ਝੋਪੜੀ ਦੀ ਗੰਦਗੀ ਨੂੰ ਜਿਵੇਂ ਸਾਫ਼ ਕਰਦੇ ਹੈ ਉਹਦੇ ਨਾਲ ਨਾਲ ਸਮਾਜ ਦੀ ਗੰਦਗੀ ਵੀ ਸਾਫ਼ ਕਰ ਸਕਣ।